ANB ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਚਰਚਾ ਕਰਾਂਗੇ ਕਿ ਆਖਰ ਕਿਉਂ ਹੁਣ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਇਹ ਬਿੱਲ ਪਾਸ ਕਰਨੇ ਪੈ ਰਹੇ ਨੇ ਕਿ ਹੁਣ ਜਿਹੜੇ ਉੱਥੋਂ ਦੇ ਲੋਕਾਂ ਨੂੰ ਹੀ, ਨੌਜਵਾਨਾਂ ਨੂੰ ਹੀ ਸਰਕਾਰੀ ਜਾਂ ਗੈਰ ਸਰਕਾਰੀ ਮਤਲਬ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਖੁੱਲ੍ਹਦੀਆਂ ਉਹਦੇ ਵਿੱਚ ਨੌਕਰੀ ਦੇਣੀ ਉੱਥੋਂ ਦੇ ਮੂਲ ਵਾਸੀਆਂ ਦਾ ਪਹਿਲਾ ਹੱਕ ਹੋਏਗਾ। ਕਾਰਨ ਸਾਫ਼ ਆ ਕਿ ਸਰਕਾਰੀ ਨੌਕਰੀਆਂ ਤਾਂ ਬਹੁਤ ਘੱਟ ਚੁੱਕੀਆਂ ਨੇ। ਉਹ ਕਰਮਾਂ ਵਾਲਾ ਹੋਊਗਾ ਨੌਜਵਾਨ ਜਿਹਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਆ। ਸਰਕਾਰੀ ਨੌਕਰੀ ਦੀ ਗੱਲ ਕੀ ਹੈ, ਇੱਥੇ ਤੇ ਪ੍ਰਾਈਵੇਟ ਨੌਕਰੀਆਂ ਵੀ ਨਸੀਬਾਂ ਵਾਲਿਆਂ ਨੂੰ ਮਿਲਦੀਆਂ ਨੇ। ਰਹੀ ਗੱਲ ਕਿਉਂਕਿ ਮਾਪੇ ਆਪਣੇ ਬੱਚਿਆਂ 'ਤੇ ਲੱਖਾਂ ਰੁਪਏ ਖਰਚ ਕਰਕੇ ਡਿਗਰੀਆਂ ਕਰਵਾਉਂਦੇ ਨੇ। ਸਰਕਾਰੀ ਕਾਲਜਾਂ ਜਾਂ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚੋਂ ਅਗਰ ਡਿਗਰੀ ਜਾਂ ਹੋਰ ਪੜ੍ਹਾਈ ਹੋਵੇ ਤਾਂ ਠੀਕ ਆ, ਕਿਉਂਕਿ ਥੋੜ੍ਹੇ ਜਿਹੇ ਘੱਟ ਪੈਸੇ ਲੱਗਦੇ ਨੇ, ਸਰਕਾਰੀ ਫੀਸਾਂ ਘੱਟ ਨੇ। ਲੇਕਿਨ ਕਿਉਂਕਿ ਹੁਣ ਸਰਕਾਰਾਂ ਪ੍ਰਾਈਵੇਟ ਲੋਕਾਂ ਦੇ ਨਾਲ ਮਿਲ ਚੁੱਕੀਆਂ ਨੇ, ਪ੍ਰਾਈਵੇਟ ਕਾਲਜਾਂ ਵਾਲਿਆਂ ਨਾਲ ਮਿਲ ਚੁੱਕੀਆਂ ਨੇ, ਪ੍ਰਾਈਵੇਟ ਯੂਨੀਵਰਸਿਟੀਆਂ ਦੇ ਨਾਲ ਮਿਲ ਚੁੱਕੀਆਂ ਨੇ, ਜਿਸ ਕਰਕੇ ਸਰਕਾਰੀ ਜਿਹੜੀ ਐਜੂਕੇਸ਼ਨ ਆ ਉਹ ਧਰਤੀ 'ਤੇ ਜਾ ਕੇ ਡਿੱਗ ਪਈ ਆ ਅਤੇ ਜਿਹੜੀ ਪ੍ਰਾਈਵੇਟ ਐਜੂਕੇਸ਼ਨ ਆ ਉਹ ਫੀਸਾਂ ਵਾਂਗ ਅਸਮਾਨੀ ਜਾ ਲੱਗੀ ਆ, ਜਿੱਥੇ ਲੱਖਾਂ ਰੁਪਏ ਖਰਚ ਕਰਕੇ ਮਾਪੇ ਆਪਣੇ ਬੱਚਿਆਂ ਕੋ ਇਸ ਆਸ ਦੇ ਨਾਲ ਡਿਗਰੀ ਕਰਵਾਉਂਦੇ ਨੇ ਜਾਂ ਬੱਚੇ ਖੁਦ ਡਿਗਰੀ ਕਰਦੇ ਨੇ ਕਿ ਉਹਨਾਂ ਦਾ ਜਿਹੜਾ ਭਵਿੱਖ ਆ ਉਹ ਉਜਵਲ ਹੋ ਸਕੇ। ਲੇਕਿਨ ਲੱਖਾਂ ਰੁਪਏ ਖਰਚ ਕੇ ਵੱਡੀਆਂ ਉੱਚ ਡਿਗਰੀਆਂ ਕਰਨ ਦੇ ਬਾਵਜੂਦ ਵੀ ਬੱਚਿਆਂ ਨੂੰ, ਨੌਜਵਾਨਾਂ ਨੂੰ ਸਰਕਾਰੀ ਕੀ ਪ੍ਰਾਈਵੇਟ ਨੌਕਰੀ ਵੀ ਨਹੀਂ ਮਿਲਦੀ ਅਤੇ ਫਿਰ ਨੌਜਵਾਨ ਧੱਕੇ ਧੌੜੇ ਖਾਣ ਵਾਸਤੇ ਮਜਬੂਰ ਹੋ ਜਾਂਦਾ ਅਤੇ ਨਾਲ ਹੀ ਮਾਪੇ ਵੀ ਨਿਰਾਸ਼ ਹੋ ਜਾਂਦੇ ਨੇ। ਰਹੀ ਗੱਲ ਆ ਕਿਉਂਕਿ ਹੁਣ ਨੌਕਰੀਆਂ ਘੱਟ ਹੀ ਮਿਲਦੀਆਂ ਅਤੇ ਸਰਕਾਰਾਂ ਦੀ ਪ੍ਰਾਇਓਰਟੀ ਵੀ ਘੱਟ ਹੀ ਰਹਿ ਗਈ ਆ। ਹਾਲਾਂਕਿ ਜਦ ਚੋਣਾਂ ਹੁੰਦੀਆਂ ਤਾਂ ਜ਼ਰੂਰ ਵੱਡੇ ਵਾਅਦੇ ਕੀਤੇ ਜਾਂਦੇ ਨੇ। ਕਈ ਵਾਅਦੇ ਇਹ ਹੁੰਦੇ ਨੇ ਕਿ ਟੈਬਲੇਟ ਦਿੱਤੇ ਜਾਣਗੇ, ਲੈਪਟਾਪ ਦਿੱਤੇ ਜਾਣਗੇ, ਸਮਾਰਟਫੋਨ ਦਿੱਤੇ ਜਾਣਗੇ, ਫਿਰ ਘਰ ਰੁਜ਼ਗਾਰ ਵੀ ਦਿੱਤਾ ਜਾਏਗਾ। ਉਹ ਵੱਖਰੀ ਗੱਲ ਆ ਕਿ ਉਹ ਫਿਰ ਜਿਹੜਾ ਰੁਜ਼ਗਾਰ ਆ ਉਹ ਭੈਣ ਭਾਈ, ਭਤੀਜਾ ਅਤੇ ਜਵਾਈ ਤੱਕ ਸੀਮਤ ਹੋ ਜਾਂਦਾ ਗਾ ਅਤੇ ਆਮ ਘਰਾਂ ਦੇ ਜਿਹੜੇ ਨੌਜਵਾਨਾਂ ਨੇ ਉਹ ਵੈਸੇ ਹੀ ਫਿਰ ਉਸੇ ਤਰ੍ਹਾਂ ਹੀ ਨਿਰਾਸ਼ ਹੋ ਜਾਂਦੇ ਨੇ ਅਤੇ ਫਿਰ ਉਹ ਪੰਜਾਬ ਹੀ ਸੂਬਾ ਜਿਹੜੇ ਹੁਣ ਬੱਚੇ ਇੱਥੋਂ ਪੜ੍ਹਨ ਦੀ ਬਜਾਏ 12ਵੀਂ ਜਮਾਤ ਕਰਨ ਤੋਂ ਬਾਅਦ ਹੀ ਵਿਦੇਸ਼ਾਂ ਵੱਲ ਭੱਜ ਰਹੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਪੰਜਾਬ ਕੀ ਦੇਸ਼ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਭਵਿੱਖ ਆ ਉਹ ਉਜਵਲ ਨਹੀਂ ਆ। ਲੇਕਿਨ 2 ਦਿਨ ਪਹਿਲਾਂ ਜਿਹੜਾ ਹਰਿਆਣਾ ਦੀ ਮਨੋਹਰ ਲਾਲ ਸਰਕਾਰ ਨੇ ਬਿੱਲ ਪਾਸ ਕੀਤਾ, ਇਹ ਬਿੱਲ ਆ ਕਿ ਹੁਣ ਸੂਬੇ ਦੇ ਅੰਦਰ 50,000 ਨੌਕਰੀ ਤੱਕ, ਮਤਲਬ ਜਿਹੜੀ ਵੀ ਕੰਪਨੀ ਜਿੱਥੇ ਵੀ 50,000 ਤੱਕ ਨੌਕਰੀ ਦੇਗੀ ਉਹ ਜਿਹੜੀ ਪਹਿਲ ਆ ਉਹ ਹਰਿਆਣਾ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਹੋਏਗੀ। 75% ਹੁਣ ਜਿਹੜੀ ਨੌਕਰੀ ਆ ਉਹ ਹਰਿਆਣੇ ਦੇ ਕੁੜੀਆਂ ਮੁੰਡਿਆਂ ਵਾਸਤੇ ਲਾਜ਼ਮੀ ਕਰ ਦਿੱਤੀ ਗਈ ਆ। ਜਿਹੜੀ ਇਹ ਕੰਪਨੀ ਰੂਲ ਤੋੜੇਗੀ, ਨਿਯਮ ਤੋੜੇਗੀ, ਸਰਕਾਰ ਨੂੰ ਚੁਣੌਤੀ ਦੇਗੀ, ਉਹਨਾਂ ਖਿਲਾਫ ਕਾਨੂੰਨੀ ਸਖਤ ਕਾਰਵਾਈ ਹੋਏਗੀ ਅਤੇ ਜੁਰਮਾਨੇ ਵੀ ਹੋਣਗੇ। ਇਹ ਹਰਿਆਣਾ ਦੀ ਮਨੋਹਰ ਲਾਲ ਸਰਕਾਰ ਨੇ ਫੈਸਲਾ ਕੀਤਾ ਔਰ ਇਹ ਫੈਸਲੇ ਨੂੰ ਲਾਜ਼ਮੀ ਤੌਰ 'ਤੇ ਹਰਿਆਣਾ ਦੇ ਲੋਕ ਬਹੁਤ ਵਧੀਆ ਫੈਸਲਾ ਮੰਨ ਰਹੇ ਨੇ ਕਿ ਜਦ ਸਾਡੇ ਜਿਹੜੇ ਸੂਬੇ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਦੂਜੇ ਸੂਬਿਆਂ ਦੇ ਵਿੱਚ ਨੌਕਰੀ ਕਰਨ ਲਈ ਮਜਬੂਰ ਹੋ ਰਹੇ ਨੇ, ਉੱਥੇ ਨੌਕਰੀ ਨਹੀਂ ਮਿਲਦੀ, ਅਤੇ ਕਿਉਂ ਨਾ ਜਦ ਸੰਵਿਧਾਨ ਆਗਿਆ ਦਿੰਦਾ ਹੈਗਾ ਅਤੇ ਫਿਰ ਅਜਿਹਾ ਬਿੱਲ ਕਿਉਂ ਨਾ ਘੜਿਆ ਜਾਵੇ, ਕਿਉਂ ਨਾ ਇਹ ਜਿਹਾ ਬਿੱਲ ਬਣਾਇਆ ਜਾਵੇ ਕਿ ਜਿਹੜੀ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਜਿਹੜੀ ਪ੍ਰਾਇਓਰਟੀ ਆ ਉਹ ਹਰਿਆਣਾ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਹੋਏਗੀ। ਵੈਸੇ ਹਰਿਆਣਾ ਪਹਿਲਾ ਸੂਬਾ ਨਹੀਂ, ਇਸ ਤੋਂ ਪਹਿਲਾਂ 25 ਜੁਲਾਈ 2019 ਨੂੰ ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਵੀ ਇਹ ਬਿੱਲ ਪਾਸ ਕੀਤਾ ਸੀ। ਉਸ ਸਮੇਂ ਮੁੱਖ ਮੰਤਰੀ ਜਿਹੜੇ ਉੱਥੋਂ ਦੇ ਨੇ YS ਜਗਨ ਮੋਹਨ ਰੈਡੀ ਨੇ ਬਿੱਲ ਪਾਸ ਕੀਤਾ ਸੀ। ਉਹ ਬਿੱਲ ਸੀ ਕਿ 75% ਜਿਹੜੇ ਨੌਕਰੀ ਆ ਪ੍ਰਾਈਵੇਟ ਨੌਕਰੀ ਉਹ ਉੱਥੋਂ ਦੇ ਲੋਕਾਂ ਨੂੰ ਦਿੱਤੀ ਜਾਏਗੀ। ਇਹ 25 ਜੁਲਾਈ 2019 ਨੂੰ ਬਿੱਲ ਪਾਸ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਬਾਕੀ ਸੂਬਿਆਂ ਨੇ ਵੀ ਇਹ ਮਹਿਸੂਸ ਕੀਤਾ ਸੀ ਕਿ ਜਦ ਨੌਕਰੀ ਪ੍ਰਾਈਵੇਟ ਹੋਏਗੀ ਅਤੇ ਉੱਥੋਂ ਦੇ ਲੋਕਾਂ ਨੂੰ ਵੀ ਪਹਿਲ ਹੋਏਗੀ। ਔਰ ਉਸ ਤੋਂ ਬਾਅਦ ਜਿਹੜੇ 26 ਜੁਲਾਈ ਮਤਲਬ ਜਦੋਂ 25 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਫੈਸਲਾ ਲਿਆ ਸੀ ਕਿ 75% ਜਿਹੜੀ ਨੌਕਰੀ ਆ ਉਹ ਮੂਲ ਵਾਸੀਆਂ ਨੂੰ ਦਿੱਤੀ ਜਾਏਗੀ, ਅਤੇ ਫਿਰ 26 ਜੁਲਾਈ 2019 ਨੂੰ ਹੀ ਮੱਧ ਪ੍ਰਦੇਸ਼ ਦੇ ਜਿਹੜੇ ਹੁਣ ਸਾਬਕਾ ਨੇ ਮੁੱਖ ਮੰਤਰੀ, ਉਸ ਸਮੇਂ ਉਹ ਮੁੱਖ ਮੰਤਰੀ ਸਨ ਕਮਲਨਾਥ ਨੇ ਵੀ ਕਮਲਨਾਥ ਨੂੰ ਇਹ ਕਹਿਣਾ ਮਜਬੂਰ ਹੋ ਗਏ ਸੀ ਕਿ ਬਾਹਰਲੇ ਲੋਕਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਮੂਲ ਵਾਸੀਆਂ ਦੇ ਹੱਕ ਖੋਹ ਲਏ ਨੇ, ਇਸ ਕਰਕੇ 70% ਦੀ ਰਿਜ਼ਰਵੇਸ਼ਨ ਉਹਨਾਂ ਨੂੰ ਦਿੱਤੀ ਜਾਏਗੀ ਜਿਹੜੇ ਮੱਧ ਪ੍ਰਦੇਸ਼ ਦੇ ਵਾਸੀ ਨੇ। ਇਹ ਮੱਧ ਪ੍ਰਦੇਸ਼ ਸਰਕਾਰ ਨੂੰ
ਫੈਸਲਾ ਲੈਣ ਵਾਸਤੇ ਸੋਚਣਾ ਪਿਆ ਸੀ। ਉਹ ਵੱਖਰੀ ਗੱਲ, ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਉਹਨਾਂ ਦੀ ਸਰਕਾਰ ਡੇਗ ਦਿੰਦੀ ਨੇ, ਲੇਕਿਨ ਮੱਧ ਪ੍ਰਦੇਸ਼ ਸਰਕਾਰ ਨੇ ਵੀ ਮਹਿਸੂਸ ਕੀਤਾ ਹੈ। ਜਦ ਕਿ ਗੁਜਰਾਤ, ਜਿੱਥੋਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਉੱਥੋਂ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਵੀ 26 ਸਤੰਬਰ 2018 ਨੂੰ ਐਲਾਨ ਕੀਤਾ ਸੀ ਕਿ 80% ਦੀ ਜਿਹੜੀ ਨੌਕਰੀ ਆ ਉਹ ਗੁਜਰਾਤੀਆਂ ਨੂੰ ਦਿੱਤੀ ਜਾਏਗੀ। ਇਹ ਗੁਜਰਾਤ ਸਰਕਾਰ ਨੂੰ ਫੈਸਲਾ ਲੈਣਾ ਪਿਆ ਸੀ, ਸੋਚਣ ਵਾਸਤੇ ਮਜਬੂਰ ਹੋਈ ਸੀ। ਔਰ ਕਰਨਾਟਕਾ ਸਰਕਾਰ ਨੇ ਵੀ 7 ਫਰਵਰੀ 2020 ਨੂੰ ਸਰਕਾਰੀ ਅਤੇ ਪ੍ਰਾਈਵੇਟ ਜੌਬ ਲਈ 75% ਦੀ ਜਿਹੜਾ ਰਾਖਵਾਂ ਕਰਨਾ, ਜਿਹੜੀ ਰਿਜ਼ਰਵੇਸ਼ਨ ਆ, ਉਹ ਕੰਨੜ ਵਾਸੀਆਂ ਨੂੰ ਕਿਹਾ ਸੀ ਕਿ ਪਹਿਲਾਂ ਉਹਨਾਂ ਨੂੰ ਦਿੱਤੀ ਜਾਊਗੀ, ਫਿਰ ਬਾਕੀ ਲੋਕ ਇੱਥੇ ਆ ਕੇ ਨੌਕਰੀ ਕਰ ਸਕਦੇ ਨੇ। ਇਹ ਕਰਨਾਟਕਾ ਸਰਕਾਰ ਨੂੰ ਫੈਸਲਾ ਲੈਣਾ ਪਿਆ ਸੀ। ਔਰ ਨਾਲ ਦੀ ਨਾਲ ਆਂਧਰਾ ਪ੍ਰਦੇਸ਼ ਨੇ ਜਦੋਂ ਫੈਸਲਾ ਲਿਆ ਸੀ ਤੇ ਉਦੋਂ ਰਾਜਸਥਾਨ ਸਰਕਾਰ ਨੇ ਵੀ ਮਨ ਬਣਾ ਲਿਆ ਸੀ। ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਅਸ਼ੋਕ ਗਹਿਲੋਤ, ਉਹ ਵੀ ਕਾਂਗਰਸ ਦੇ ਮੁੱਖ ਮੰਤਰੀ ਨੇ, ਤੇ ਜਦ ਮੱਧ ਪ੍ਰਦੇਸ਼ ਦੀ ਸਰਕਾਰ ਨੇ ਸੋਚਿਆ ਸੀ, ਉਦੋਂ ਕਮਲਨਾਥ, ਉੱਥੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਸੀ। ਤੇ ਰਾਜ ਸਰਕਾਰ ਨੇ ਵੀ ਇਹ ਸੋਚਿਆ ਸੀ, ਐਲਾਨ ਕਰ ਦਿੱਤਾ ਸੀ ਕਿ ਅਗਰ ਬਾਕੀ ਸੂਬੇ ਇਹ ਮਨ ਬਣਾ ਚੁੱਕੇ ਨੇ, ਬਾਕੀ ਸੂਬੇ ਅਗਰ ਆਪਣੀਆਂ ਅਸੈਂਬਲੀਆਂ ਦੇ ਵਿੱਚ ਇਹ ਬਿੱਲ ਪਾਸ ਕਰਨੇ ਕਿ ਪ੍ਰਾਇਓਰਟੀ ਉੱਥੋਂ ਦੇ ਮੂਲ ਵਾਸੀਆਂ ਨੂੰ ਦਿੱਤੀ ਜਾਊਗੀ, ਉੱਥੋਂ ਦੇ ਵਾਸੀਆਂ ਨੂੰ ਦਿੱਤੀ ਜਾਏਗੀ, ਤੇ ਫਿਰ ਰਾਜਸਥਾਨ ਸਰਕਾਰ ਕਿਉਂ ਨਹੀਂ ਸੋਚ ਸਕਦੀ। ਤੇ ਉਹਨਾਂ ਕਿਹਾ ਕਿ ਸਾਨੂੰ ਵੀ ਸੋਚਣਾ ਪਏਗਾ। ਉੱਥੋਂ ਦੇ ਮੰਤਰੀਆਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਗੁਜਰਾਤ, ਮਹਾਰਾਸ਼ਟਰ ਤੇ ਬੰਗਾਲ, ਅਗਰ ਉੱਥੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਲੈਣੀ ਆ ਤੇ ਪਹਿਲਾਂ ਇੱਕ ਜਿਹੜਾ ਲਿਖਤੀ ਟੈਸਟ ਹੁੰਦਾ ਉੱਥੋਂ ਦੀ ਮਾਂ ਬੋਲੀ ਦੇ ਵਿੱਚ ਹੁੰਦਾ, ਮਤਲਬ ਬੰਗਾਲੀ ਦੇ ਵਿੱਚ, ਗੁਜਰਾਤੀ ਦੇ ਵਿੱਚ ਤੇ ਮਰਾਠੀ ਦੇ ਵਿੱਚ। ਇਹ ਲਾਜ਼ਮੀ ਆ ਕਿ ਇਹ ਜਿਹੜੇ ਤਿੰਨੇ ਜਿਹੜੇ ਟੈਸਟ, ਜਿੱਥੇ 3 ਵੱਖ-ਵੱਖ ਸੂਬਿਆਂ ਜਿਹੜੀ ਮਾਂ ਬੋਲੀ ਨੂੰ ਟੈਸਟ ਲੈ ਕੇ ਹੁੰਦੇ ਰਹਿਣਗੇ, ਉਹ ਹੋਰ ਕੋਈ ਸੂਬੇ ਦਾ ਆ ਕੇ ਨੌਜਵਾਨ ਨਹੀਂ ਟੈਸਟ ਪਾਸ ਕਰ ਸਕਦਾ ਹੋਏਗਾ, ਕਿਉਂਕਿ ਮਾਂ ਬੋਲੀ ਆ, ਮਾਂ ਬੋਲੀ ਦੂਜੇ ਸੂਬੇ ਦੀ ਇੱਦਾਂ ਐਡੀ ਜਲਦੀ ਨਹੀਂ ਸਿੱਖੀ ਜਾਂਦੀ। ਤੇ ਪ੍ਰਾਇਓਰਟੀ ਆਟੋਮੈਟਿਕ ਗੁਜਰਾਤ ਦੇ ਲੋਕਾਂ ਨੂੰ ਮਿਲ ਜਾਂਦੀ ਹੋਗੀ, ਮਹਾਰਾਸ਼ਟਰ ਦੇ ਲੋਕਾਂ ਨੂੰ ਮਿਲ ਜਾਂਦੀ ਹੋਗੀ, ਬੰਗਾਲ ਦੇ ਲੋਕਾਂ ਨੂੰ ਮਿਲ ਜਾਂਦੀ ਹੋਗੀ। ਹੁਣ ਜਦ 5 ਨਵੰਬਰ ਨੂੰ ਹਰਿਆਣਾ ਦੀ ਮਨੋਹਰ ਲਾਲ ਸਰਕਾਰ ਨੇ ਐਲਾਨ ਕਰ ਦਿੱਤਾ ਕਿ 75% ਜਿਹੜਾ ਕੋਟਾ ਉਹ ਪਹਿਲਾਂ ਹਰਿਆਣਾ ਦੇ ਮੁੰਡੇ ਕੁੜੀਆਂ ਨੂੰ ਦਿੱਤਾ ਜਾਏਗਾ, ਤੇ ਤਾਮਿਲਨਾਡੂ ਦੇ ਵਿੱਚ ਉਸੇ ਟਾਈਮ ਹੀ ਲੋਕਾਂ ਦੇ ਵਿੱਚ ਇੱਕ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਉੱਥੋਂ ਦੀਆਂ ਜਿਹੜੀ ਓਪੋਜੀਸ਼ਨ ਪਾਰਟੀਆਂ ਨੇ, ਉਹਨਾਂ ਨੇ ਸਰਕਾਰ ਕੋਲੋਂ ਜਵਾਬ ਮੰਗਣਾ ਸ਼ੁਰੂ ਕਰ ਦਿੱਤਾ ਕਿ ਇੱਥੇ ਵੀ 75 ਨਹੀਂ, 70 ਨਹੀਂ, 80% ਦੀ ਜਿਹੜੀ ਰਿਜ਼ਰਵੇਸ਼ਨ ਆ ਉਹ ਸਿਰਫ ਤਾਮਿਲਨਾਡੂ ਦੇ ਲੋਕਾਂ ਨੂੰ ਹੀ ਮਿਲਣੀ ਚਾਹੀਦੀ ਆ। ਮਤਲਬ ਅਗਰ ਉੱਥੇ ਪ੍ਰਾਈਵੇਟ ਕੰਪਨੀਆਂ ਖੋਲ੍ਹਦੀਆਂ ਨੇ ਜਾਂ ਪ੍ਰਾਈਵੇਟ ਕੰਪਨੀਆਂ ਹੈ ਜਿਹੜੀ ਉਹਨਾਂ ਭਰਤੀ ਕਰਨੀ, ਉਹਦੇ 'ਚ 80% ਦੀ ਜਿਹੜੀ ਪ੍ਰਾਇਓਰਟੀ ਹੋਏਗੀ ਉਹ ਤਾਮਿਲਨਾਡੂ ਲੋਕਾਂ ਦੀ ਹੋਏਗੀ। ਵੈਸੇ ਇਹ ਬਿੱਲ ਹੁਣ ਪਾਸ ਹੋ ਰਹੇ ਨੇ, ਮਤਲਬ ਜਿਹੜਾ 25 ਜੁਲਾਈ 2019 ਨੂੰ ਆਂਧਰਾ ਪ੍ਰਦੇਸ਼ ਨੇ ਕੀਤਾ, ਫਿਰ ਕਰਨਾਟਕਾ ਨੇ 7 ਫਰਵਰੀ 2020 ਨੂੰ ਕੀ ਕਰਨ ਦਾ ਜਿਹੜਾ ਆਰਡੀਨੈਂਸ ਉਹ ਲਿਆਂਦਾ ਸੀ ਬਿੱਲ, ਹਰਿਆਣਾ ਨੇ ਹੁਣ ਕੀਤਾ ਹੈਗਾ। ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਜਿਹੇ ਸੂਬੇ ਨੇ ਕਿ ਦੱਬੀ ਜ਼ਬਾਨ ਦੇ ਵਿੱਚ ਹੀ ਉਹ ਪ੍ਰਾਇਓਰਟੀ ਕਿੰਨਾਂ ਨੂੰ ਮਿਲਦੀ ਰਹੀ। ਹਿਮਾਚਲ 'ਚ 40% ਦੀ ਅੱਜ ਵੀ ਅਗਰ ਕਿਸੇ ਹਿਮਾਚਲ ਦੇ ਵਿੱਚ ਕੋਈ ਫੈਕਟਰੀ ਜਾਂ ਕੰਪਨੀ ਬਣ ਰਹੀ ਹੈ ਤੇ 40% ਦੀ ਜਿਹੜੀ ਨੌਕਰੀ ਆ ਉਹ ਹਿਮਾਚਲ ਦੇ ਲੋਕਾਂ ਨੂੰ ਦਿੱਤੀ ਜਾਂਦੀ ਆ। ਹੁਣ ਅਸੀਂ ਗੱਲ ਕਰਾਂਗੇ ਪੰਜਾਬ ਦੀ। ਪੰਜਾਬ ਦੇ ਵਿੱਚ ਅਜਿਹਾ ਕਿਉਂ ਨਹੀਂ ਫੈਸਲਾ ਹੁੰਦਾ? ਜਦ ਇਹ ਚਰਚਾ ਸ਼ੁਰੂ ਹੋਈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਕਿ ਇਹ ਸੰਵਿਧਾਨ ਦੇ ਅਗੇਂਸਟ ਆ, ਇਹ ਦੇਸ਼ ਦੇ ਅਗੇਂਸਟ ਆ, ਇਹ ਦੇਸ਼ ਦੇ ਵਿਰੁੱਧ ਆ, ਸੰਵਿਧਾਨ ਦੇ ਵਿਰੁੱਧ ਆ। ਪਰ ਕੀ ਜਿਹੜੇ ਸੂਬੇ ਨੇ ਹਿਮਾਚਲ ਪ੍ਰਦੇਸ਼, ਰਾਜਸਥਾਨ ਸੋਚ ਰਿਹਾ, ਮੱਧ ਪ੍ਰਦੇਸ਼ ਸੋਚ ਰਿਹਾ, ਗੁਜਰਾਤ ਕਰ ਚੁੱਕਾ, ਆਂਧਰਾ ਕਰ ਚੁੱਕਾ, ਹਰਿਆਣਾ ਕਰ ਚੁੱਕਾ, ਤਾਮਿਲਨਾਡੂ ਸੋਚ ਰਿਹਾ, ਕੀ ਇਹ ਭਾਰਤ ਦੇ ਸੂਬੇ ਨਹੀਂ? ਕੀ ਇਹਨਾਂ ਵੱਲੋਂ ਨਹੀਂ ਚੁਣੌਤੀ ਦਿੱਤੀ ਗਈ? ਕੀ ਇਹ ਭਾਰਤ ਦੇ ਖਿਲਾਫ ਨੇ ਜਾਂ ਦੇਸ਼ ਦੇ ਸੰਵਿਧਾਨ ਦੇ ਖਿਲਾਫ ਆ? ਗੱਲ ਆ ਕਿ ਇੱਛਾ ਸ਼ਕਤੀ ਦੀ ਘਾਟ। ਔਰ ਪੰਜਾਬ ਦੇ ਵਿੱਚ ਅਗਰ ਇੱਕ ਸਿਰਫ ਬਠਿੰਡੇ ਦੀ ਰਿਫਾਈਨਰੀ ਦੀ ਗੱਲ ਕੀਤੀ ਜਾਵੇ, ਜਾਂ ਜਿੰਨੇ ਵੀ ਇੱਥੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖੁੱਲ੍ਹੇ ਨੇ, ਜਾਂ ਜਿੰਨੀਆਂ ਪੰਜਾਬ ਦੇ ਵਿੱਚ ਫੈਕਟਰੀਆਂ ਖੁੱਲ੍ਹੀਆਂ ਨੇ, ਵੱਡੀਆਂ ਵੱਡੀਆਂ ਕੰਪਨੀਆਂ ਖੁੱਲ੍ਹੀਆਂ ਨੇ, ਅੱਜ ਉਹ ਅਗਰ ਉੱਥੇ ਅੰਕੜੇ ਮੰਗੇ ਜਾਣ ਤਾਂ ਉੱਥੇ 5% ਪੰਜਾਬੀ ਨਹੀਂ ਹੋਣਗੇ, 95% ਬਾਹਰਲੇ ਲੋਕ ਕੰਮ ਕਰ ਰਹੇ ਨੇ ਇੱਥੇ, ਤੇ ਪੰਜਾਬੀ ਧੱਕੇ ਖਾ ਰਹੇ ਨੇ, ਧਰਨੇ ਖਾ ਰਹੇ ਨੇ, ਸਰਕਾਰਾਂ ਦੀਆਂ ਡਾਂਗਾਂ ਖਾ ਰਹੇ ਨੇ, ਪੁਲਿਸ ਦੀਆਂ ਡਾਂਗਾਂ ਖਾ ਰਹੇ ਨੇ। ਤੇ ਜਿਹੜੇ ਮਾਪੇ ਇੱਥੇ ਡਿਗਰੀਆਂ ਕਰਵਾ ਰਹੇ ਨੇ ਵੱਖ-ਵੱਖ ਪ੍ਰਾਈਵੇਟ ਵੱਡੀਆਂ ਕਾਲਜਾਂ, ਯੂਨੀਵਰਸਿਟੀਆਂ ਜਾਂ, ਉਹ ਕਰਜ਼ਦਾਰ ਹੋ ਚੁੱਕੇ ਨੇ, ਤੇ ਬਾਹਰੋਂ ਲੋਕ ਇੱਥੇ ਆ ਕੇ ਨੌਕਰੀ ਕਰਦੇ ਨੇ, ਚਾਹੇ ਕੱਚੀ ਨੌਕਰੀ ਕਰਨ, ਚਾਹੇ ਪੱਕੀ ਨੌਕਰੀ। ਔਰ ਪਿਛਲੀ ਕਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਕਮਾਲ ਹੀ ਕਰ ਗਈ ਸੀ।
1400 ਦੇ ਕਰੀਬ ਜਿਹੜੀ ਗਿਣਤੀ ਆ ਉਹ ਜਿਹੜੇ ਵੱਖ-ਵੱਖ ਪੈਰਾਮਿਲਟਰੀ ਦੀ ਫੋਰਸ ਉਹਨਾਂ ਨੂੰ ਹੀ ਇੱਥੇ ਪੰਜਾਬ ਪੁਲਿਸ ਦੇ ਵਿੱਚ ਐਡਜਸਟ ਕਰ ਗਏ ਸੀ। 1400 ਦੇ ਕਰੀਬ ਜਿਹੜੇ ਮੁੱਖ ਮੰਤਰੀ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਸਨ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਿਹੜੀ VIP ਸਿਕਿਉਰਿਟੀ ਸੀ ਉਸ ਸਿਕਿਉਰਿਟੀ ਦੇ ਵਿੱਚ ਜਿਹੜੀ ਤੈਨਾਤ ਫੋਰਸ ਸੀ, ਚਾਹੇ ਉਹਦੇ 'ਚ CRP ਹੋਵੇ, ਉਹ ਪੰਜਾਬ ਪੁਲਿਸ ਦੇ ਵਿੱਚ ਮਰਜ ਕਰ ਦਿੱਤੀ ਗਈ ਸੀ ਜੀ। ਐਡੇ ਟ੍ਰੇਨਡ ਸਾਨੂੰ ਨੌਜਵਾਨ ਨਹੀਂ ਮਿਲੇ। ਹਾਲਾਂਕਿ ਪੰਜਾਬ ਪੁਲਿਸ ਦੀ ਆਪਣੀ ਇੱਕ ਕਮਾਂਡੋ ਬਟਾਲੀਅਨ ਆ ਬਹਾਦਰਗੜ੍ਹ, ਉੱਥੇ ਕਮਾਂਡੋ ਦੀ ਟ੍ਰੇਨਿੰਗ ਕਰਵਾਈ ਜਾਂਦੀ ਆ, ਲੇਕਿਨ ਅਸੀਂ 1400 ਦੂਜੇ ਲੋਕਾਂ ਦੇ ਹੀ ਭਰਤੀ ਕਰ ਲਏ। ਪਿਛਲੇ ਸਾਲਾਂ ਦੇ ਵਿੱਚ ਹੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਈ ਤਾਂ 400 ਦੇ ਕਰੀਬ ਹਰਿਆਣਾ ਦੇ ਲੋਕ ਇੱਥੇ ਭਰਤੀ ਹੋ ਗਏ ਸੀ ਪੰਜਾਬ ਪੁਲਿਸ ਦੇ। ਫਿਰ ਵੀ ਅਸੀਂ ਕਹਿੰਦੇ ਕਿ ਕੋਈ ਗੱਲ ਨਹੀਂ, ਸਾਡੇ ਜਿਹੜੇ ਨੌਜਵਾਨ ਆ ਉਹਨਾਂ ਦੀ ਕੋਈ ਗੱਲ ਨਹੀਂ, ਬਾਹਰਲਿਆਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈਗਾ। ਇਹ ਪੰਜਾਬ ਦੇ ਹਾਲਾਤ ਨੇ ਔਰ ਪੰਜਾਬ ਨੂੰ ਵੀ ਲੱਗਦਾ ਕਿ ਇਹ ਬਿੱਲ ਪਾਸ ਕਰਨਾ ਚਾਹੀਦਾ। ਜੇ ਬਾਕੀ ਸੂਬੇ ਕਰ ਰਹੇ ਨੇ ਬਿੱਲ ਪਾਸ, ਤੇ ਜਿਹੜੀ ਸਾਡੀ 40 ਲੱਖ ਤੋਂ ਜ਼ਿਆਦਾ ਜਿਹੜਾ ਨੌਜਵਾਨ ਆ, ਅਗਰ ਉਹ ਧੱਕੇ ਧੌੜੇ ਖਾ ਰਿਹਾ ਹੈਗਾ, ਨਿਰਾਸ਼ ਆ, ਨਸ਼ਿਆਂ ਵੱਲ ਪੈ ਰਿਹਾ, ਨਸ਼ੇ ਵੀ ਸਰਕਾਰਾਂ ਪੋਲੀਟੀਕਲ ਪਾਰਟੀਆਂ ਦੀ ਦੇਣ ਆ, ਉਹਨਾਂ ਵਿੱਚੋਂ ਡੁੱਬਦਾ ਜਾ ਰਹੀ ਸਾਡੀ ਜਵਾਨੀ, ਤੇ ਉਸੇ ਜਵਾਨੀ ਨੂੰ ਸਾਂਭਣ ਦਾ ਜਿਹੜਾ ਫਰਜ਼ ਆ ਉਹ ਪੋਲੀਟੀਕਲ ਪਾਰਟੀਆਂ ਦਾ ਬਣਦਾ, ਚੁਣੀ ਹੋਈ ਸਰਕਾਰ ਦਾ ਬਣਦਾ। ਔਰ ਹਰਿਆਣਾ ਸਰਕਾਰ ਨੇ ਤੇ ਇਹ ਵੀ ਕਮਾਲ ਕੀਤਾ, ਜਦ ਮਨੋਹਰ ਲਾਲ ਸਰਕਾਰ ਬਣੀ ਸੀ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਜਿਹੜੀਆਂ ਸਰਕਾਰੀ ਨੌਕਰੀਆਂ 'ਚ ਪ੍ਰਾਇਓਰਟੀ ਉਹਨਾਂ ਨੂੰ ਦਿੱਤੀ ਜਾਏਗੀ ਜਿਨ੍ਹਾਂ ਦੇ ਘਰ ਦੇ ਵਿੱਚ ਕਿਸੇ ਨੂੰ ਹੁਣ ਤੱਕ ਸਰਕਾਰੀ ਨੌਕਰੀ ਨਹੀਂ ਮਿਲੀ। ਨਾ ਉਦਾਹਰਨ ਦੇ ਤੌਰ ਤੇ ਜੇ ਕੋਈ ਨੌਜਵਾਨ ਘਰ ਦੇ ਵਿੱਚ, ਤੇ ਉਹਦੇ ਘਰ ਦੇ ਵਿੱਚ ਉਹਦੇ ਮਾਂ ਪਿਓ ਜਾਂ ਭੈਣ ਭਰਾ ਨੂੰ ਸਰਕਾਰੀ ਨੌਕਰੀ ਉਹਦੇ ਕੋਲ ਨਹੀਂ ਹੋਣੀ ਚਾਹੀਦੀ, ਤਦ ਉਹਨੂੰ ਪ੍ਰਾਇਓਰਟੀ ਮਿਲੇਗੀ। ਇਹਨੂੰ ਕਹਿੰਦੇ ਨੇ ਘਰ ਘਰ ਵਿੱਚ ਰੁਜ਼ਗਾਰ। ਇਹ ਨਹੀਂ ਹੈ ਕਿ ਤੁਸੀਂ ਨਾਮ ਦਾ ਜਿਹੜਾ ਰੁਜ਼ਗਾਰ ਦਿਓ, ਤੇ ਦੋ ਕਿਹਨੂੰ, ਜਾਂ ਆਪਣੀ ਭੈਣ ਨੂੰ, ਜਾਂ ਆਪਣੇ ਭਾਈ ਨੂੰ, ਜਾਂ ਆਪਣੇ ਜਵਾਈ ਨੂੰ, ਬਾਕੀ ਲੋਕ ਰੁਲਦੇ ਰਹਿਣ, ਰੋਂਦੇ ਰਹਿਣ। ਇਹ ਪੰਜਾਬ ਦੀ ਤਸਵੀਰ ਆ। ਤੇ ਜਿੱਥੇ ਬਾਕੀ ਸੂਬਿਆਂ ਨੇ ਇਹ ਪਹਿਲ ਕੀਤੀ ਆ, ਪੰਜਾਬ ਸਰਕਾਰ ਨੂੰ ਵੀ ਇਹ ਪਹਿਲ ਕਰਨੀ ਚਾਹੀਦੀ ਕਿ ਜੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣਾ ਤੇ ਸਾਨੂੰ ਆਪਣੀ ਇੱਛਾ ਸ਼ਕਤੀ ਦਿਖਾਉਣੀ ਪੈਣਗੀ। ਜੇ ਬਾਕੀ ਸੂਬੇ ਬਿੱਲ ਪਾਸ ਕਰ ਸਕਦੇ ਨੇ ਕਿ ਪ੍ਰਾਇਓਰਟੀ ਉੱਥੋਂ ਦੇ ਮੁੰਡੇ ਕੁੜੀਆਂ ਨੂੰ ਹੋਣੀ ਚਾਹੀਦੀ ਆ, ਤੇ ਕੀ ਪੰਜਾਬ ਦੇ ਵਿੱਚ ਇਹ ਬਿੱਲ ਪਾਸ ਨਹੀਂ ਹੋ ਸਕਦੇ? ਗੱਲ ਹੈ ਕਿ ਇੱਛਾ ਸ਼ਕਤੀ ਦੀ ਘਾਟ। ਜਦ ਸੰਵਿਧਾਨ ਆਗਿਆ ਦਿੰਦਾ, ਜੇ ਸੰਵਿਧਾਨ 'ਚ ਇਹ ਹੈ ਕਿ ਤੁਸੀਂ ਆਪਣੇ ਲੋਕਾਂ ਦੀ ਰੱਖਿਆ ਕਰਨੀ, ਉਹਨਾਂ ਦਾ ਜਿਹੜਾ ਜੀਵਨ ਉਹ ਵਧੀਆ ਹੋਣਾ ਚਾਹੀਦਾ, ਸੋਹਣਾ ਹੋਣਾ ਚਾਹੀਦਾ, ਤੇ ਉਹ ਸੰਵਿਧਾਨ ਦੇ ਤਹਿਤ ਜੇ ਹਰਿਆਣਾ ਬਿੱਲ ਪਾਸ ਕਰ ਸਕਦਾ, ਜੇ ਆਂਧਰਾ ਬਿੱਲ ਪਾਸ ਕਰ ਸਕਦਾ, ਜੇ ਕਰਨਾਟਕਾ ਬਿੱਲ ਪਾਸ ਕਰਦਾ, ਹਿਮਾਚਲ ਕਈ ਦਹਾਕਿਆਂ ਤੋਂ ਇਹ ਰੁਜ਼ਗਾਰ ਹਰਿਆਣਾ ਹਿਮਾਚਲ ਵਾਸੀਆਂ ਨੂੰ ਪਹਿਲ ਦਿੱਤੀ ਜਾ ਰਹੀ, ਤੇ ਫਿਰ ਪੰਜਾਬ ਸਰਕਾਰ ਦੇ ਵਿੱਚ ਚਾਹੇ ਪਿਛਲੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਜਾਂ ਫਿਰ ਕਾਂਗਰਸ ਪਾਰਟੀ ਦੀ ਸਰਕਾਰ, ਕਿ ਇਹਨਾਂ ਨੂੰ ਕਿਹੜੀ ਕੋਈ ਇੱਦਾਂ ਦੀ ਬਿਮਾਰੀ ਆ ਕਿ ਉਹ ਇਹ ਫੈਸਲਾ ਨਹੀਂ ਲੈ ਸਕਦੀਆਂ ਕਿ ਨਹੀਂ, ਅਸੀਂ ਅਗਰ ਇਹ ਫੈਸਲਾ ਲਵਾਂਗੇ, ਅਗਰ ਅਸੀਂ ਇਹ ਬਿੱਲ ਪਾਸ ਕਰਾਂਗੇ ਤੇ ਸਾਡੇ ਤੇ ਕੋਈ ਗੈਰ ਕਾਨੂੰਨੀ ਧਾਰਾ ਦੇ ਤਹਿਤ ਕੇਸ ਦਰਜ ਹੋ ਜਾਊਗਾ, ਅਸੀਂ ਕਿਤੇ ਰਾਸ਼ਟਰ ਵਿਰੋਧੀ ਨਾ ਹੋ ਜਾਈਏ, ਅਸੀਂ ਕਿਤੇ ਭਾਰਤ ਦੇ ਵਿਰੋਧੀ ਨਾ ਹੋ ਜਾਈਏ, ਅਸੀਂ ਕਿਤੇ ਦੇਸ਼ ਦੇ ਸੰਵਿਧਾਨ ਦੇ ਵਿਰੋਧ ਨਾ ਹੋਈਏ, ਹੋ ਨਾ ਜਾਈਏ। ਤੇ ਕੀ ਜਿਹੜੇ ਬਾਕੀ ਸੂਬਿਆਂ ਨੇ ਇਹ ਫੈਸਲੇ ਲਏ ਨੇ, ਜਿਨ੍ਹਾਂ ਨੂੰ ਮਹੱਤਵਪੂਰਨ ਫੈਸਲੇ ਕਹੇ ਜਾ ਰਿਹਾ, ਲੋਕ ਕਹਿ ਰਹੇ ਨੇ ਕਿ ਉੱਥੋਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਕੀ ਉਹਨਾਂ ਨੂੰ ਕਾਨੂੰਨ ਤੋਂ ਵਾਂਝੇ ਨੇ? ਕੀ ਉਹਨਾਂ ਨੂੰ ਦੇਸ਼ ਦਾ ਸੰਵਿਧਾਨ ਉਹਨਾਂ ਨੇ ਨਹੀਂ ਪੜ੍ਹਿਆ? ਕੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਰਾਸ਼ਟਰ ਦੇ ਹਿੱਤ ਕਿਹੜਾ ਤੇ ਸੂਬੇ ਦੇ ਹਿੱਤ ਕਿਹੜਾ ਹੈਗਾ? ਇਹ ਸਾਰੇ ਪੰਜਾਬ ਦੇ ਵਿੱਚ ਕਿਸੇ ਪਾਰਟੀ ਦੀ ਇੱਛਾ ਸ਼ਕਤੀ ਨਹੀਂ ਆ, ਕਿਸੇ ਪਾਰਟੀ ਦੀ ਇਹ ਸੋਚ ਨਹੀਂ ਹੈਗੀ ਕਿ ਅਸੀਂ ਪਹਿਲਾਂ ਆਪਣੇ ਲੋਕਾਂ ਨੂੰ ਰੁਜ਼ਗਾਰ ਦਈਏ, ਬਾਕੀਆਂ ਨੂੰ ਬਾਅਦ 'ਚ ਦੇਵਾਂਗੇ। ਜੇ ਕਰੀਬ 8-9 ਸੂਬੇ ਇਹ ਸੋਚ ਸਕਦੇ ਨੇ ਕਿ ਜਿਹੜੀ ਪ੍ਰਾਈਵੇਟ ਤੇ ਸਰਕਾਰੀ ਨੌਕਰੀਆਂ ਦੇ ਵਿੱਚ ਜਿਹੜੀ ਪ੍ਰਾਇਓਰਟੀ ਆ ਉਹ ਸਿਰਫ ਪਹਿਲਾਂ ਹੱਕ ਉੱਥੋਂ ਦੇ ਸੂਬਿਆਂ ਦਾ ਵਾ, ਤੇ ਫਿਰ ਪੰਜਾਬ ਨੂੰ ਵੀ ਇਹ ਫੈਸਲਾ ਲੈਣਾ ਚਾਹੀਦਾ ਕਿ ਅੱਜ ਤੋਂ ਬਾਅਦ ਕੋਈ ਵੀ ਅਗਰ ਇੱਥੇ ਸਰਕਾਰੀ ਨੌਕਰੀ ਚਾਹੇ ਪ੍ਰਾਈਵੇਟ ਨੌਕਰੀ, ਜਿਹੜੀ ਪ੍ਰਾਇਓਰਟੀ ਆ ਉਹ ਪੰਜਾਬੀਆਂ ਨੂੰ ਹੋਣੀ ਚਾਹੀਦੀ ਆ। 70% ਦੀ ਕਿਉਂ, 75% ਦੀ ਕਿਉਂ, 80% ਦੀ ਕਿਉਂ, 100% ਦੀ ਹੋਣੀ ਚਾਹੀਦੀ ਆ ਪੰਜਾਬੀ ਦੀਆਂ, ਕਿਉਂਕਿ ਪੰਜਾਬ ਦੀ ਧਰਤੀ ਆ। ਔਰ ਇਹ ਜਿਹੜਾ ਸੂਬਾ ਬਣਿਆ ਇਹ ਐਵੇਂ ਨਹੀਂ ਬਣਿਆ ਸੀ, ਸ਼ਹੀਦੀਆਂ ਦੇ ਕੇ ਸੂਬਾ ਬਣਿਆ ਸੀ। ਔਰ ਪੰਜਾਬ ਦੀ ਧਰਤੀ ਆ ਜਿੱਥੇ ਜਿਹੜੀ ਪ੍ਰਾਇਓਰਟੀ ਆ ਉਹ ਪੰਜਾਬੀਆਂ ਦੀ ਬਣਦੀ, ਜਿੱਦਾਂ ਬਾਕੀ ਸੂਬਿਆਂ ਨੇ ਇਹ ਫੈਸਲਾ ਲੈ ਲਿਆ ਕਿ ਪ੍ਰਾਇਓਰਟੀ ਉੱਥੋਂ ਦੇ ਮੂਲ ਵਾਸੀਆਂ ਦੀ ਹੋਏਗੀ, ਫਿਰ ਕਿਤੇ ਦੂਜੇ ਸੂਬਿਆਂ ਦੀ। ਤੁਸੀਂ ਬਣੇ ਰਹੋ NB ਨਿਊਜ਼ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ।